दिल्ली सिख गुरुद्वारा प्रबंधक कमेटी का चुनाव 25 अप्रैल को होगा, लेकिन उससे पहले पार्टियों द्वारा एक दूसरे के ऊपर आरोप प्रत्यारोप की राजनीति जारी है। शिरोमणि अकाली दल दिल्ली के महासचिव गुरमीत सिंह शंटी ने कहा है कि स्कूल अध्यापकों के लिए छठे वेतन आयोग लागू करने के लिए शिक्षा विभाग को पत्र लिखा गया था और आश्वासन दिया गया था कि 2013 में चुनाव के बाद अध्यापकों का छठे वेतन आयोग लागू कर दिया जाएगा। लेकिन शिरोमणि अकाली दल बादल ने 2013 में कमेटी संभालने के बाद अध्यापकों को उनका हक नहीं दिया, जिसकी वजह से उन्होंने कोर्ट का दरवाजा खटखटाया। लेकिन पिछले 2 साल में कमेटी ने अध्यापकों को 40 करोड़ देने की बात कही थी। मैं गल कर रहा सिक्स पे कमीशन के मामले की। सन 2012 ਦੇ ਵਿੱਚ ਜਦੋਂ ਸਰਦਾਰ ਪਰਮਜੀਤ ਸਿੰਘ ਸਰਨਾ ਹੋਣਾ ਕੋਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੀ, ਉਸ ਸਮੇਂ ਸਿਕਸ ਪੇ ਕਮਿਸ਼ਨ ਦਾ ਜਿਹੜਾ ਮੈਟਰ ਹੈ ਉੱਠਿਆ ਸੀ। ਸਕੂਲਾਂ ਦੇ ਟੀਚਰਸ ਨੇ ਆਪਣੇ ਰਾਈਟਸ ਦੀ, ਆਪਣੇ ਅਧਿਕਾਰਾਂ ਦੀ ਮੰਗ ਕੀਤੀ ਸੀ। ਟੀਚਰਸ ਦੇ ਨਾਲ ਕਈ ਤਰ੍ਹਾਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲੇ ਹੋ ਗਏ ਸੀ। ਉਹ ਟੀਚਰਾਂ ਦੀ ਮੈਂ ਇਸ ਗੱਲ 'ਚ ਵਡਿਆਈ ਕਰਾਂਗਾ ਕਿ ਉਹਨਾਂ ਨੇ ਸਕੂਲਾਂ ਦੀ ਬਿਹਤਰੀ ਲਈ और मैनेजमेंट कमेटी के नाल सहयोग करदे होया इस गल के उत्ते फैसला कर रहे सी एक तरीके नाल कि अपने पिछले एरियाज या कई चीज़ों के कई अपने एवो जे हक जोड़े उन्होंने राइट बनते सी उन्होंने छोड़न के लिए तैयार हो गए सी। तो उन्होंने कहा सी कि नवे सिरे तो साडा सिक्स पे कमीशन लगा दिता जाए। तो उस मतलब स्कूलों की बेहतरी लिए मतलब इन्नी वड्डी कुर्बानी देने को मैं समझदा कि तैयार सी। लेकिन दिल्ली गुरुद्वारा कमेटी की सेवा ਜਦੋਂ सन 2013 ਦੇ ਵਿੱਚ ਅਕਾਲੀ ਦਲ ਬਾਦਲ ਕੋਲ ਆ ਗਈ ਤੇ ਇਹ ਲੈਟਰ ਜਿਹੜਾ ਸਰਦਾਰ ਪਰਮਜੀਤ ਸਿੰਘ ਸਰਨਾ ਹੋਣਾ ਨੇ ਡਾਇਰੈਕਟਰ ਆਪਣਾ ਐਜੂਕੇਸ਼ਨ ਨੂੰ ਲਿਖਿਆ ਸੀ ਕਿ ਅਸੀਂ ਇੰਨੇ ਟਾਈਮ ਦੇ ਵਿੱਚ ਆਪਣਾ ਸਿਕਸ ਪੇ ਕਮਿਸ਼ਨ ਜਿਹੜਾ ਹੈ ਉਹ ਲਾਗੂ ਕਰ ਦਿਆਂਗੇ। ਔਰ ਖਾਲੀ ਜ਼ਬਾਨੀ ਜਮ੍ਹਾਂ ਖਰਚੀ ਨਹੀਂ ਕੀਤਾ ਸੀ, ਉਹਨਾਂ ਨੇ ਇਸ ਦੇ ਲਈ ਬਕਾਇਦਾ ਪੂਰਾ ਵਿਜ਼ਨ ਰੱਖਦਿਆਂ ਹੋਇਆਂ ਫੰਡਿੰਗ ਵੀ ਸਾਰੀ ਅਰੇਂਜਮੈਂਟ ਕੀਤੀ ਸੀ। ਔਰ ਲਗਭਗ 123 ਕਰੋੜ ਰੁਪਇਆ ਜਦੋਂ ਉਹਨਾਂ ਨੇ ਸੇਵਾ ਉਹਨਾਂ ਕੋਲ ਅਕਾਲੀ ਦਲ ਬਾਦਲ ਕੋਲ ਗਈ ਤਾਂ 123 ਕਰੋੜ ਰੁਪਇਆ ਛੱਡ ਕੇ ਵੀ ਆਏ ਸੀ। ਜੇ ਮੈਂ ਨਹੀਂ ਕਹਿ ਰਿਹਾ, ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਪਿਛਲੇ ਜਿਹੜੇ ਦੋਨੋਂ ਪ੍ਰਧਾਨ ਰਹਿ ਗਏ ਨੇ ਉਹਨਾਂ ਦੀ ਸਟੇਟਮੈਂਟ ਤੁਸੀਂ ਚੁੱਕ ਕੇ ਦੇਖ ਲਓ। किसी ने 125 करोड़ क्या होगा तो दूजे ने 80 90 100 करोड़ क्या होएगा। लेकिन इस गल मनते हैं कि सरदार परमजीत सिंह सरना होना ने इस तरह के रिजर्व फंड छोड़े सी क्योंकि उन्होंने सोच ठीक सी कि नवी मतलब सेवा आते ही ये पैसा टीचरों को उन्होंने हक दे के सिक्स पे कमीशन लागू करता जाएगा। लेकिन जो सन 2013 में जिवें दस्सिया कि सेवा बदल गई, अकाली दल बादल को आ गई, टीचर्स ने अपने हक की डिमांड की थी कि पुरानी कमेटी ਨਾਲ ਸਾਡੀ ਇਸ ਤਰ੍ਹਾਂ ਦੀ ਕਮਿਟਮੈਂਟ ਹੋ ਰਹੀ ਸੀ, ਇਹ ਫੈਸਲੇ ਸਾਡੇ ਹੋ ਰਹੇ ਸੀ ਤੇ ਸਾਨੂੰ ਸਾਡਾ ਹੱਕ ਦਿੱਤਾ ਜਾਏ। ਤੇ ਮੈਂ ਸਮਝਦਾ ਕਿ ਨਵੇਂ ਪ੍ਰਧਾਨਾਂ ਨੇ ਬਿਲਕੁਲ ਪ੍ਰਧਾਨ ਔਰ ਜਨਰਲ ਸੈਕਟਰੀ ਨੇ ਕਲੀਅਰ ਕਰਤਾ ਕਿ ਜਿਹੜੀ ਡਿਮਾਂਡਸ ਜੋ ਤੁਹਾਡੀਆਂ ਉਹਨਾਂ ਦੇ ਨਾਲ ਫੈਸਲੇ ਹੋ ਰਹੇ ਸੀ ਉਹ ਤੁਸੀਂ ਉਹਨਾਂ ਕੋਲ ਜਾ ਕੇ ਲਓ, ਸਾਡਾ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ। ਔਰ ਉਸ ਪੈਸੇ ਨੂੰ ਦੂਸਰੀ ਜਗ੍ਹਾ ਦੇ ਉੱਤੇ ਖੁਰਦ-ਬੁਰਦ ਕਰ ਦਿੱਤਾ, ਆਪਣੇ ਅਨਾਪ ਸ਼ਨਾਪ ਖਰਚਾ ਦੇ ਉੱਤੇ ਉਸ ਪੈਸੇ ਨੂੰ ਬਿਲਕੁਲ ਬੈਂਕ ਬੈਲੈਂਸ ਜ਼ੀਰੋ ਕਰ ਦਿੱਤਾ ਤੇ ਮਜਬੂਰ ਹੋ ਕੇ ਟੀਚਰਸ ਨੂੰ ਫਿਰ ਆਪਣੇ ਹੱਕ ਦੀ ਲੜਾਈ ਕੋਰਟਾਂ ਵਿੱਚ ਜਾ ਕੇ ਲੜਨੀ ਪਈ। ਜਿਸ ਦਾ ਨਤੀਜਾ ਕੀ ਨਿਕਲਿਆ ਕਿ ਜਿਹੜੀਆਂ ਚੀਜ਼ਾਂ ਨੂੰ ਉਹ ਛੱਡ ਰਹੇ ਸੀ ਟੀਚਰ ਆਪਣੀ ਕੁਰਬਾਨੀ ਦੇ ਕੇ ਸਕੂਲਾਂ ਦੀ ਬਿਹਤਰੀ ਲਈ ਜਿਹੜਾ ਕੰਮ ਫੈਸਲੇ ਲੈ ਰਹੇ ਸੀ, ਉਹ ਕੋਰਟਾਂ ਵਿੱਚ ਉਹਨਾਂ ਨੇ ਡਿਮਾਂਡਸ ਕੀਤੀਆਂ ਕਿ ਸਾਡੇ ਪਿਛਲੇ ਵੀ ਹੱਕ ਸਾਰੇ ਏਰੀਅਰਸ ਔਰ ਸਾਰੀ ਜੋ ਸਾਡੀ ਡਿਮਾਂਡਸ ਨੇ ਉਹ ਪੂਰੀਆਂ ਕੀਤੀਆਂ ਜਾਣ। ਕੋਰਟ ਨੇ ਐਮਪਲਾਈਜ਼ ਦੇ ਹੱਕ ਵਿੱਚ ਫੈਸਲਾ ਦਿੰਦੇ ਹੋਇਆ ਇਸ ਗੱਲ ਦੇ ਉੱਤੇ ਫੈਸਲਾ ਕਰ ਦਿੱਤਾ ਕਿ ਠੀਕ ਹੈ ਜੀ, ਟੀਚਰਸ ਨੂੰ ਸਿਕਸ ਪੇ ਕਮਿਸ਼ਨ ਵੀ ਲਾਗੂ ਕੀਤਾ ਜਾਏ ਔਰ ਜੋ ਇਹਨਾਂ ਦੇ ਏਰੀਅਰਸ ਔਰ ਬਾਕੀ ਚੀਜ਼ਾਂ ਨੇ ਉਹ ਵੀ ਸਾਰੀਆਂ ਦਿੱਤੀਆਂ ਜਾਣ। ਉਹ ਅਮਾਊਂਟ ਕਿਤਨਾ ਵੱਡਾ ਅਮਾਊਂਟ ਬਣ ਗਿਆ ਕਿਉਂਕਿ ਪੈਸੇ ਖਰਚ ਕਰ ਚੁੱਕੇ ਸੀ, ਉਲਟੇ ਪੈਸਿਆਂ ਦੇ ਉਲਟੀ ਜਗ੍ਹਾ ਦੇ ਉੱਤੇ ਅਨਾਪ ਸ਼ਨਾਪ ਖਰਚੇ ਕਰ ਚੁੱਕੇ ਸੀ, ਫੰਡਿੰਗ ਇਹਨਾਂ ਕੋਲ ਹੈ ਨਹੀਂ ਸੀ। ਉਹ ਮੈਟਰ ਲਟਕਦਾ ਪਿਛਲੇ 5-7 ਸਾਲਾਂ ਦੇ ਵੀ ਜੋ ਹਾਲਾਤ ਬਣੇ ਉਹ ਜਗ ਜ਼ਾਹਿਰ ਨੇ ਕਿ ਕਿਸ ਤਰ੍ਹਾਂ ਸਕੂਲਾਂ ਦੇ ਬਾਅਦ ਟੀਚਰਾਂ ਨੇ ਹੜਤਾਲਾਂ ਦਿੱਤੀਆਂ, ਭੁੱਖ ਹੜਤਾਲਾਂ ਕੀਤੀਆਂ, ਕਈ ਵਾਰ ਪੈਨ ਡਾਊਨ ਸਟ੍ਰਾਈਕ ਕੀਤੀ। ਇਹ ਸਾਰੀਆਂ ਚੀਜ਼ਾਂ ਨਤੀਜਾ ਇਸ ਗੱਲ ਦਾ ਹੈ ਕਿ ਜੇ ਠੀਕ ਫੈਸਲੇ ਠੀਕ ਸੋਚ ਦੇ ਨਾਲ ਲੈ ਲੈਂਦੇ ਤੇ ਸਿਕਸ ਪੇ ਕਮਿਸ਼ਨ ਦਾ ਮੈਟਰ सन 2013 ਦੇ ਵਿੱਚ ਹੀ ਬਿਲਕੁਲ ਹੱਲ ਹੋ ਚੁੱਕਾ ਸੀ। ਅੱਜ ਉਹ ਹਾਲਾਤ ਇਤਨੇ ਬੱਤਰ ਹੋ ਗਏ ਕਿ ਟੀਚਰਾਂ ਨੂੰ ਜਿੱਥੇ ਉਹਨਾਂ ਦਾ ਹੱਕ ਵੀ ਨਹੀਂ ਮਿਲਿਆ, ਸਿਰਫ ਔਰ ਸਿਰਫ ਖੋਖਲੇ ਵਾਅਦੇ ਔਰ ਖੋਖਲੀਆਂ ਗੱਲਾਂ ਮਿਲੀਆਂ ਔਰ ਉਹ ਸਾਰੇ ਦੇ ਹਾਲਾਤ ਅੱਜ ਮੈਂ ਸਮਝਦਾ ਕਿ ਇਤਨੇ ਬੱਤਰ ਹੋ ਚੁੱਕੇ ਹਨ। ਇਸ ਸਮੇਂ ਦੇ ਵਿੱਚ ਆਉਣ ਵਾਲੇ ਚੁਣਾਵ ਦੇ ਵਿੱਚ ਟੀਚਰਸ ਇਸ ਗੱਲ ਦੇ ਉੱਤੇ ਆਪਣੀ ਸਹਿਮਤੀ ਜਤਾਉਂਦਾ ਹੋਇਆ ਇਹਨਾਂ ਅਕਾਲੀ ਦਲ ਬਾਦਲ ਦੇ ਖਿਲਾਫ ਵੋਟ ਕਰਨਗੇ ਔਰ ਦੱਸਣਗੇ ਕਿ ਅੱਜ ਉਹਨਾਂ ਦਾ ਜੋ ਹੱਕ ਮਾਰਿਆ ਗਿਆ ਸੀ ਉਸ ਦਾ ਨਤੀਜਾ ਅੱਜ ਤੁਹਾਨੂੰ ਭੁਗਤਣਾ ਪਿਆ। कि 40 करोड़ रुपया दिया है, उन्हें कहा जी मैं 40 करोड़ रुपया दिता है। मैं पूछ मन लेना जी दो गल्लां दी चाहदियां ने, जो तुसीं सवाल पूछ लिया तो मैं जवाब देना। 40 करोड़ रुपया जो उन्हें दिता है वो मैं दस देना उन्हें किवें दिता है। अज मतलब गुरुद्वारा कमेटी के एम्पलाइज का प्रोविडेंट फंड जो प्रोविडेंट फंड डिपार्टमेंट ने नोटिस दिता 5 करोड़ रुपया बकाया पिछले 8 महीने का, उन्हें नहीं दिता। मनजिंदर सिंह सिरसा के टाइम का ही है पिछले 8 महीने का, क्योंकि 8 महीने तो यही सीगा पिछले 2 सालों तो प्रधान। पहली गल 5 करोड़ रुपया दिल्ली गुरुद्वारा कमेटी के जोड़े है मतलब ऑर्डरस करके घ्यो दाल चावल चीनी मंगाते हैं, 5 करोड़ रुपया घट्टो घट्ट उन्होंने बकाया 10 करोड़। उस दे बाद जोड़े अज तक मतलब 52 आदमी रिटायर हो चुके हैं
ਉਹਨਾਂ ਨੂੰ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੇ ਰਿਟਾਇਰ ਹੋ ਗਏ ਨੇ, ਆਪਣੇ ਪ੍ਰੋਵੀਡੈਂਟ ਫੰਡ ਗ੍ਰੈਚੁਇਟੀ ਲੈਣ ਦੇ ਲਈ ਗੁਰਦੁਆਰਾ ਕਮੇਟੀ ਦੇ ਧੱਕੇ ਖਾ ਰਹੇ ਨੇ। ਘੱਟੋ ਘੱਟ 5-6 ਕਰੋੜ ਰੁਪਏ ਉਹਨਾਂ ਦਾ ਬਕਾਇਆ, 16 ਕਰੋੜ। ਉਹਦੇ ਬਾਅਦ ਜਿਹੜੇ 12 EMPLOYੀਆਂ ਦੀ ਡੈਥ ਹੋ ਗਈ ਨੌਕਰੀ ਕਰਦਿਆਂ ਹੋਇਆਂ, ਉਹਨਾਂ ਵਿੱਚੋਂ 8 EMPLOYੀ ਨੂੰ ਅੱਜ ਤੱਕ ਪੈਸੇ ਨਹੀਂ ਮਿਲੇ। 1 ਕਰੋੜ ਰੁਪਏ ਉਹਨਾਂ ਦਾ ਬਾਕੀ ਹੈ। 17 ਕਰੋੜ 35 ਕਰੋੜ ਰੁਪਇਆ ਗਵਰਨਮੈਂਟ ਏਡਿਡ ਸਕੂਲਾਂ ਦਾ ਔਰ 5% ਜਿਹੜਾ ਕਾਲਜਾਂ ਦਾ ਨਹੀਂ ਦਿੱਤਾ, ਉਹ 35 ਕਰੋੜ ਰੁਪਏ ਸ਼ੇਅਰ ਅੱਜ ਪੈਂਡਿੰਗ ਹੈ, बैलेंस है। 16 और 35 51 करोड़ और लगभग मैं पिछे भी सारा बनाया सी 2-3 करोड़ रुपया होर जो मैं याद है, लगभग 54 करोड़ रुपया इधर देनदारी खड़ी करके उस पैसे ਨੂੰ अगर ਤੁਸੀਂ ਸਕੂਲਾਂ ਨੂੰ ਦੇ ਦਿੱਤਾ ਤਾਂ ਤੁਸੀਂ ਤੇ ਇਸकी ਟੋਪੀ ਉਸਕੇ ਸਿਰ ਪਾਈ ਹੈ, ਤੁਸੀਂ ਕੋਈ ਕੋਲੋਂ ਨਹੀਂ ਦਿੱਤਾ। ਹੁਣ ਇਹਦੇ ਨਾਲ ਹੀ ਗੱਲ ਹੋਰ ਜੁੜੀ ਹੋਈ ਹੈ। ਜਦੋਂ ਇਹਨੇ ਕਿਹਾ ਕਿ ਮੈਨੂੰ ਬਾਹਰੋਂ ਡੋਨੇਸ਼ਨਸ ਆਏ, ਉਹ ਡੋਨੇਸ਼ਨ ਦਾ ਪੈਸਾ ਮੈਂ ਸਕੂਲਾਂ ਨੂੰ 40 ਕਰੋੜ ਰੁਪਏ ਭੁਗਤਾਨ ਕੀਤਾ ਤੇ ਮੈਂ ਇਹਦੇ ਉੱਤੇ ਕਹਿਣਾ ਚਾਹਾਂਗਾ ਕਿ ਤੁਸੀਂ ਪਿਛਲੇ ਦਿਨਾਂ ਦੇਖਿਆ ਹੋਗਾ ਕਿ ਜਨਵਰੀ ਫਰਵਰੀ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਬੜੇ ਵੱਡੇ ਦਮਗਜੇ ਮਾਰੇ ਸੀ ਕਿ ਸਾਨੂੰ FRCA ਦਾ ਲਾਇਸੈਂਸ ਮਿਲ ਗਿਆ ਕਿ ਹੁਣ ਅਸੀਂ ਫਾਰਨ ਤੋਂ ਡੋਨੇਸ਼ਨ ਲੈ ਸਕਦੇ ਹਾਂ। ਤੇ ਮੈਂ ਉਹਨੂੰ ਅੱਜ ਸਵਾਲ ਪੁੱਛਣਾ ਚਾਹਾਂਗਾ, ਮੈਂ ਕਈ ਸਟੇਜਾਂ ਤੋਂ ਪੁੱਛ ਚੁੱਕਾ ਕਿ ਜਦੋਂ 40 ਕਰੋੜ ਰੁਪਏ ਤੂੰ ਕਹਿੰਦਾ ਜਦੋਂ ਡੋਨੇਸ਼ਨ ਬਾਹਰੋਂ ਆਇਆ ਸੀ ਤਦ ਤੇ ਤੁਹਾਡੇ ਕੋਲ FRCA ਲਾਇਸੈਂਸ ਨਹੀਂ ਸੀ, ਇਹਦਾ ਮਤਲਬ ਉਹ ਪੈਸਾ ਕਿੱਥੇ ਗਿਆ, ਕਿਹੜੇ ਅਕਾਊਂਟ ਵਿੱਚ ਆਇਆ ਸੀ? ਅੱਜ ਮੇਰਾ ਇਹ ਵੀ ਸਵਾਲ ਹੈ, ਇਸ ਗੱਲ ਦਾ ਵੀ ਜਵਾਬ ਦੇ ਦੇ। ਇਹ ਤੂੰ ਜਿਹੜਾ 40 ਕਰੋੜ ਦਿੱਤਾ ਇਹ ਤਾਂ ਤੂੰ ਪੈਂਡਿੰਗ ਕਰਕੇ ਦਿੱਤਾ, ਇੱਧਰ ਦੀ ਦੇਣਦਾਰੀ ਖੜੀ ਕਰਕੇ ਉਧਰ ਤੂੰ ਭੇਜ ਦਿੱਤਾ। ਹੁਣ ਇਹਦੇ ਨਾਲ ਕੁਐਸਚਨ ਇਹ ਜੁੜ ਗਿਆ ਕਿ ਲਾਇਸੈਂਸ ਮਿਲਦਾ ਫਰਵਰੀ ਵਿੱਚ ਆ ਕੇ, ਡੋਨੇਸ਼ਨ ਆਇਆ ਸੀ ਸਤੰਬਰ ਅਕਤੂਬਰ ਜਾਂ ਉਹਨਾਂ ਦਿਨਾਂ ਜਦੋਂ ਕਰੋਨਾ ਫੈਲਿਆ ਸੀ, ਤੇ ਉਹ ਜਿਹੜਾ ਪੈਸਾ ਆਇਆ ਸੀ ਉਹ ਕਿੱਥੇ ਗਿਆ? ਉਹ ਪੈਸਾ ਇਹਨਾਂ ਨੇ ਇੱਕ ਸਾਈਡ ਰੱਖਿਆ ਹੋਇਆ ਦੂਸਰੇ ਅਕਾਊਂਟ ਦੇ ਵਿੱਚ, ਜਿਹੜਾ ਹੁਣ ਇਸ ਇਲੈਕਸ਼ਨ ਦੇ ਵਿੱਚ ਇਹ ਬੇਕਦਰੀ ਦੇ ਨਾਲ, मैं कहूँगा बेकदरी ਦੇ ਨਾਲ ਇਹਨਾਂ ਨੇ ਖਰਚ ਕੀਤਾ। ਇਹਨੇ ਹਰ ਚੀਜ਼ ਫਰਾਡ ਹੀ ਕੀਤਾ ਕਿਉਂਕਿ ਇੱਕ ਫਰਾਡੀ ਕਿਸਮ ਦਾ ਇਨਸਾਨ ਹੈ, ਇਹਦੇ ਕੋਲ ਹੋਰ ਕੁਝ ਨਹੀਂ ਹੈ। दिल्ली से कमल कुमार कंसल, पंजाब केसरी टीवी। हमसे जुड़े रहने के लिए हमारे YouTube चैनल को सब्सक्राइब करें और नई वीडियो की नोटिफिकेशन के लिए बेल आइकॉन को दबाएं। अगर आप ये वीडियो Facebook पर देख रहे हैं तो लाइक जरूर करें और ज्यादा से ज्यादा शेयर करें। धन्यवाद।